हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਦੇ ਮਾਸਟਰ ਕੇਡਰ ਹਿਸਟਰੀ ਭਾਗ 24 ਅਗਲਾ ਭਾਗ ਲੈ ਕੇ ਆਏ ਅਗਲਾ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਕੰਟੀਨਿਊ ਟੌਪਿਕਾਂ ਦੀ ਵੀਡੀਓ ਜਿਹੜੀਆਂ ਮਿਲਦੀਆਂ ਰਹਿਣ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਦੱਖਣੀ ਭਾਰਤੀ ਰਾਜ ਟੌਪਿਕ ਅਸੀਂ ਸਟਾਰਟ ਕੀਤਾ ਹੋਇਆ ਸੀ, ਜਿਹਦੇ ਵਿੱਚ ਚੌਲ ਸ਼ਾਸਕਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਉਹੀ ਟੌਪਿਕ ਅੱਗੇ ਚੱਲ ਰਿਹਾ ਹੈਗਾ। ਚੌਲ ਸ਼ਾਸਕਾਂ ਨੇ ਜਿਹੜਾ ਸ੍ਰੇਸ਼ਟ ਸੈਨਾ ਨੂੰ ਯਾਨੀ ਕਿ ਜਲ ਸੈਨਾ ਦਾ ਨਿਰਮਾਣ ਕੀਤਾ ਸੀਗਾ। ਸੰਪੂਰਨ ਚੌਲ ਸਾਮਰਾਜ ਸੀ ਜਿਹੜਾ ਉਹ 6 ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਪ੍ਰਾਂਤਾਂ ਨੂੰ ਮੰਡਲਮ ਕਿਹਾ ਜਾਂਦਾ ਸੀ। ਚੌਲ ਸ਼ਾਸਕਾਂ ਦੇ ਸਮੇਂ ਮੰਦਰ ਨਿਰਮਾਣ ਸ਼ੈਲੀ ਸੀ ਜਿਹੜੀ ਉਹ ਦਰਾਵਿੜ ਸੀ। ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਇਹਨਾਂ ਦੀ ਸੀ ਜਿਹੜੀ ਉਹ ਸਥਾਨਕ ਸਵੈ ਸ਼ਾਸਨ ਸੀ, ਯਾਨੀ ਕਿ ਇਹਨਾਂ ਦਾ ਸਥਾਨਕ ਸਵੈ ਸ਼ਾਸਨ ਬਹੁਤ ਵਧੀਆ ਸੀਗਾ ਚੌਲ ਸ਼ਾਸਕਾਂ ਦਾ। ਹਰੇਕ ਪਿੰਡ ਨੂੰ 30 ਵਾਰਡਾਂ ਵਿੱਚ ਵੰਡਿਆ ਹੋਇਆ ਸੀ ਅਤੇ ਪਿੰਡ ਨੂੰ ਨਾਡੂ ਕਿਹਾ ਜਾਂਦਾ ਸੀ। ਨਾਡੂ ਦੀ ਸਥਾਨਕ ਸਭਾ ਨੂੰ ਨਾਟੂਰ ਕਿਹਾ ਜਾਂਦਾ ਸੀ। ਨਗਰ ਦੀ ਸਥਾਨਕ ਸਭਾ ਜਾਂ ਸਰਕਾਰ ਨੂੰ ਨਗਤਾਰ ਕਿਹਾ ਜਾਂਦਾ ਸੀਗਾ। ਅੱਗੇ ਗੱਲ ਕਰਾਂਗੇ ਉਰ ਦੀ। ਸਰਵਸਧਾਰਨ ਸਾਰੇ ਆਮ ਲੋਕਾਂ ਦੀ ਇਹ ਸਮਿਤੀ ਹੁੰਦੀ ਸੀ ਜਿਹਦਾ ਕੰਮ ਸਰਵਜਨਕ ਕਲਿਆਣ ਲਈ ਤਲਾਬ ਅਤੇ ਬਗੀਚੇ ਬਣਾਉਣ ਲਈ ਪਿੰਡ ਦੀ ਭੂਮੀ ਪ੍ਰਾਪਤ ਕਰਨਾ। ਅਗਲਾ ਪੁਆਇੰਟ ਹੈ ਨਗਰਮ। ਇਹ ਵਪਾਰੀਆਂ ਦੀ ਸਭਾ ਸੀ। ਉਪਜ ਦਾ 1/3 ਯਾਨੀ ਕਿ 1/3 ਭਾਗ ਕਰ ਇਹ ਪ੍ਰਾਪਤ ਕਰਦੀ ਸੀ। ਅਗਲਾ ਹੈ ਕਲੰਜੂ, ਜੋ ਸੋਨੇ ਦੇ ਸਿੱਕਿਆਂ ਨੂੰ ਕਿਹਾ ਜਾਂਦਾ ਸੀ ਉਸ ਸਮੇਂ ਦੇ 3 ਰਤਨ ਸੀਗੇ, ਪੰਪ, ਪੈਨ ਅਤੇ ਰਨ। ਨਟਰਾਜ ਦੀ ਮੂਰਤੀ ਚੌਲ ਕਾਲ ਸੰਸਕ੍ਰਿਤੀ ਦੀ ਸਭ ਤੋਂ ਮਹੱਤਵਪੂਰਨ ਉਦਾਹਰਨ ਹੈ। ਇਸ 'ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਚੌਲਾਂ ਦੇ ਜਾਂ ਚੌਲ ਸ਼ਾਸਕਾਂ ਦੇ ਸਮੇਂ ਸੰਸਕ੍ਰਿਤੀ ਦੀ ਸਭ ਤੋਂ ਮਹੱਤਵਪੂਰਨ ਉਦਾਹਰਨ ਕਿਹੜੀ ਹੈ, ਤਾਂ ਉਹ ਸੀ ਨਟਰਾਜ ਦੀ ਮੂਰਤੀ। ਚੌਲ ਕਾਂਸੇ ਦੀਆਂ ਮੂਰਤੀਆਂ ਵੀ ਜਿਹੜੀਆਂ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਚੌਲ ਸ਼ਾਸਕਾਂ ਦੇ ਕਾਲ ਵਿੱਚ ਆਮ ਵਸਤੂਆਂ ਦੇ ਆਦਾਨ ਪ੍ਰਦਾਨ ਦਾ ਜਿਹੜਾ ਸਾਧਨ ਸੀ ਉਹ ਧਾਨ ਸੀਗਾ, ਯਾਨੀ ਕਿ ਚੌਲ ਸੀ। ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ। ਵਿਸ਼ਨੂੰ ਦੇ ਉਪਾਸਕਾਂ ਯਾਨੀ ਕਿ ਪੈਰੋਕਾਰਾਂ ਨੂੰ ਅਲਵਾਰ ਕਿਹਾ ਜਾਂਦਾ ਸੀ। ਸ਼ਿਵ ਦੇ ਪੈਰੋਕਾਰਾਂ ਨੂੰ ਨਜ਼ਨਾਰ ਕਿਹਾ ਜਾਂਦਾ ਸੀ। ਤਾਂ ਇਸ 'ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਵਿਸ਼ਨੂੰ ਦੇ ਉਪਾਸਕਾਂ ਨੂੰ ਚੌਲ ਸ਼ਾਸਕਾਂ ਦੇ ਰਾਜ ਵਿੱਚ ਕੀ ਕਿਹਾ ਜਾਂਦਾ ਸੀ। ਜੋ ਪੈਰੋਕਾਰ ਹੁੰਦੇ ਸੀ ਤਾਂ ਉਹਨਾਂ ਨੂੰ ਅਲਵਾਰ ਕਿਹਾ ਜਾਂਦਾ ਸੀ। ਜੋ ਸ਼ਿਵ ਦੇ ਪੈਰੋਕਾਰ ਸੀ ਤਾਂ ਉਹਨਾਂ ਨੂੰ ਨਜ਼ਨਾਰ ਕਿਹਾ ਜਾਂਦਾ ਸੀ। ਅਗਲਾ ਪੁਆਇੰਟ ਹੈ ਪਾਲ ਵੰਸ਼। 8ਵੀਂ ਸਦੀ ਵਿੱਚ ਜਿਹੜੀ ਪਾਲ ਵੰਸ਼ ਦੀ ਸਥਾਪਨਾ ਹੋਈ ਸੀ। ਇਹਦੇ ਸੰਸਥਾਪਕ ਗੋਪਾਲ ਸੀ ਜਿਨ੍ਹਾਂ ਨੇ ਬੰਗਾਲ ਵਿੱਚ ਇਹਨਾਂ ਦੀ ਸਥਾਪਨਾ ਕੀਤੀ ਸੀ। ਇਹਨਾਂ ਦਾ ਮੱਧ ਭਾਰਤ ਉੱਪਰ ਅਧਿਕਾਰ ਕਰਨ ਲਈ ਪ੍ਰਤੀਹਾਰ ਅਤੇ ਰਾਸ਼ਟਰਕੂਟਾਂ ਨਾਲ ਸੰਘਰਸ਼ ਹੋਇਆ ਸੀਗਾ। ਜੋ ਖਲੀਮਪੁਰ ਅਭਿਲੇਖ ਹੈ ਇਹਦਾ ਸੰਬੰਧ ਵੀ ਸੀ ਜਿਹੜਾ ਉਹ ਗੋਪਾਲ ਨਾਲ ਸੀਗਾ। ਅਗਲਾ ਪੁਆਇੰਟ ਹੈ ਧਰਮਪਾਲ। ਵਿਕਰਮਸ਼ਿਲਾ ਯੂਨੀਵਰਸਿਟੀ ਦੀ ਸਥਾਪਨਾ ਇਹਨਾਂ ਦੇ ਸਮੇਂ ਹੋਈ ਸੀ। ਬੁੱਧ ਸਿੱਖਿਆ ਦਾ ਪ੍ਰਮੁੱਖ ਕੇਂਦਰ ਵੀ ਵਿਕਰਮਸ਼ਿਲਾ ਯੂਨੀਵਰਸਿਟੀ ਸੀ। ਇਸ ਤੋਂ ਬਾਅਦ ਇਹਨੇ ਉਪਾਧੀ ਧਾਰਨ ਕੀਤੀ ਸੀ ਉੱਤਰਾਪਥ ਸੁਆਮੀ ਦੀ। ਇਸ ਤੋਂ ਇਲਾਵਾ ਧਰਮਪਾਲ ਨੂੰ ਰੂਹਮਾ ਵੀ ਕਿਹਾ ਗਿਆ ਹੈ। ਅੱਗੇ ਆਉਂਦਾ ਸੇਨ ਵੰਸ਼। ਇਹਦੇ ਸੰਸਥਾਪਕ ਸੀ ਸਮੰਤ ਸੇਨ ਅਤੇ ਸਮੰਤ ਸੇਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀਗਾ। ਉਹ ਭਲਾਲਮੇਨ ਸੀ। ਇਹਨੇ ਜੋ ਦਾਨ ਸਾਗਰ ਅਤੇ ਅਦਭੁਤ ਸਾਗਰ ਗ੍ਰੰਥ ਦੀ ਰਚਨਾ ਕੀਤੀ ਜਿਹੜੀ ਕਿ ਖਗੋਲ ਵਿਗਿਆਨ ਨਾਲ ਸੰਬੰਧਿਤ ਸੀ। ਲਛਮਣ ਸੇਨ ਦੇ ਦਰਬਾਰ ਵਿੱਚ ਗੀਤ ਗੋਬਿੰਦ ਦਾ ਲੇਖਕ ਜੈਦੇਵ ਸੀਗਾ।
अगले पॉइंट की गल करते हैं। गुर्जर प्रतिहार वंश, इस जाति का उल्लेख एहोल अभिलेख विच मिलता है। हरीश चंद्र ने प्रतिहार राजवंश की नींह रखी सी। नागभट्ट इस वंश का शक्तिशाली शासक सीगा। अगे मेहर भोज, इसने कनौज नूं है जिहड़ी अपनी राजधानी बनाया। इस तो इलावा राजशेखर ने काव्य मासा लिखी जो कि महेंद्रपाल के दरबार विच रहिंदा सीगा। जसपाल प्रतिहार वंश का अंतिम शासक होया सी। अनंगपाल ने दिल्ली विच तोमर वंश की स्थापना की। दिल्ली शहर है जिहड़ा तोमरां ने वसाया सीगा। अगे राष्ट्रकूट, इहदा संस्थापक सी जिहड़ा दंती दुर्गा, 736 विच नींह रखी सी। राजधानी मानोखेत। देती दुर्ग ने एक यज्ञ करवाया सी जिहदा नाम हिरनो जां हिरने गर्भ सीगा। अगे कृष्णन पहला प्रसिद्ध राष्ट्रकूट शासक सीगा। इसने आलोक विच कैलाश मंदिर का निर्माण कराया सी पर्बत नूं कट के। इंद्र तीजे के समय अरबी यात्री अल महमूदी आया सी। कृष्णन तीजे ने चौल वंश के शासक नूं हराया। कृष्ण ने विजय स्तंभ अते रामेश्वर मंदिर बनवाया सी। राष्ट्रकूटां समय एलीफेंटां दीयां गुफावां बणीआं सी। ये भी महत्वपूर्ण प्रश्न पूछा जाता है। अगे सोलंकी वंश, चालुक्य वंश की एक शाखा सी जिहड़ी दक्षिणी भारत विच सी। दूसरी शाखा गुजरात विच सी। ये गुजरात वाली शाखा सी जिहड़ी ये सोलंकी वंश बन गया सी बाद दे विच। राजधानी अनहिलवाड़ अते इसका नाम ही अग्निकुंडी भी कहा जाता सी। इसनूं सोलंकी वंशी सीगा ये जो अग्निकुंडी राजपूत नाम नाल प्रसिद्ध होया सीगा। भीमा पहिलां दे समंत विमल शाह ने आबू पर्बत ते दिलवाड़ा मंदिर बनवाया जो जैनियां दा प्रसिद्ध मंदिर है। चालुक्य वंश का शासक भीमराज के समय 1025 विच सोमनाथ मंदिर जिन्हों महमूद गजनबी ने लुटिया सी। भीम दूजा ने 1178 विच मुहम्मद गोरी नूं हराया पटना नाम के स्थान ते। 1197 विच कुतुबुद्दीन ऐबक ने अहलवाड़ा ते हमला करके इस वंश का जिहड़ा खात्मा कर दिता सीगा। अगे चौहान वंश, इहदे संस्थापक सी जिहड़े वासुदेव सी। चौहान वंश के अजयपाल ने अजमेर नगर की स्थापना की सी। पृथ्वीराज तीजा 1178 विच चौहान वंश का शासक बनिया सी। पृथ्वीराज तीजे नूं राय पिथोग भी कहा जाता सीगा। 1191 विच तरैन की लड़ाई विच पृथ्वीराज चौहान मुहम्मद गोरी तो जित्या अते 1192 विच तरैन की दूसरी लड़ाई विच मुहम्मद गोरी तो हार गया सीगा। पृथ्वीराज रासो जो चंद बरदाई ने लिखिया सी डेंगल शैली दे विच लिखिया सीगा। अगे उनका चंदेल वंश 9वीं सदी, इहदा संस्थापक सी जिहड़ा नूनक पंग सी जो चंदेल वंश का शासक सी। इसने जो खुजराहो मंदिर बनवाया सी मध्य प्रदेश दे विच। परमार द्विवेद इस वंश का अंतिम शासक होया सी। सो दक्षिणी भारती राज का बाकी रहना चैप्टर सीगा। कंटिन्यू तुहानूं टॉपिक असीं प्रोवाइड करते रहांगे। बाकी नोट्सां दी जो भी हिस्टरी दे लेना चाहुंदा SST हिस्टरी कॉम्बीनेशन तो अज असीं पोस्ट प्रोवाइड कर दांगे। उहदे विच अपना नंबर दिता होया है। जो भी फीस चार्जिस दे के ये नोट्स प्राप्त करना चाहुंदा है तो कॉल करके सानूं दस सकदा है तो असीं उन्हां नूं PDF फाइल WhatsApp जरिए सेंड कर देवांगे SST दी अते हिस्टरी दी।
SST ਹਿਸਟਰੀ ਕੰਬੀਨੇਸ਼ਨ ਬਿਲਕੁਲ ਸ਼ਾਰਟਕਟ ਵਿੱਚ ਹੈ ਜੋ ਜਾਣਕਾਰੀ ਪ੍ਰੋਵਾਈਡ ਕੀਤੀ ਗਈ ਹੈ। ਜੋ ਵੀ ਅਸੀਂ ਤੁਹਾਨੂੰ ਵੀਡੀਓ ਪ੍ਰੋਵਾਈਡ ਕੀਤੀਆਂ ਨੇ ਉਸੇ ਟੌਪਿਕਾਂ ਦੀ PDF ਫਾਈਲ ਹੈ ਜੋ ਅਸੀਂ ਤਿਆਰ ਕੀਤੀ ਹੈ, ਜੋ ਤੁਹਾਨੂੰ ਅਸੀਂ ਬਹੁਤ ਹੀ ਘੱਟ ਫੀਸ ਚਾਰਜਸ 'ਤੇ ਪ੍ਰੋਵਾਈਡ ਕਰ ਦਾਂਗੇ। ਧੰਨਵਾਦ।